वाल्मीकि जय वाल्मीकि जय वाल्मीकि जय वाल्मीकि। जो बने सो न पाए। भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के नाथ। वाल्मीकि जय
वाल्मीकि महाराज की जय। जो बोले सो निरभੈ भगवान वाल्मीकि महाराज की जय। गुरु रूप साध संगत जी, ਅਸੀਂ ਇੱਕ ਵਾਰੀ ਫੇਰ ਭਗਵਾਨ ਵਾਲਮੀਕ ਜੀ ਮੰਦਿਰ ਬੈਡਫੋਰਡ ਤੋਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਭਗਵਾਨ ਵਾਲਮੀਕ ਜੀ ਦੀ ਪੁੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਦੀ ਬਾਣੀ ਆਪ ਦੇ ਸਾਹਮਣੇ ਲੈ ਕੇ ਪ੍ਰਸਤੁਤ ਹੋਏ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਣੀ ਤੋਂ ਜੁੜਨ ਤੋਂ ਪਹਿਲਾਂ ਆਓ ਆਪਾਂ ਸਾਰੇ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ। ਸਚਿਤ ਆਨੰਦ ਰੂਪ ਆਤਮਾ ਨੂੰ, ਜਿਸ ਵਿੱਚ ਇਹ ਸਰਬ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ, ਤੇ ਜਿਸ ਤੋਂ ਗਿਆਤਾ ਗਿਆਨ ਤੇ ਗੇਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ, ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ, ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪ੍ਰਸੰਗ ਚੱਲ ਰਿਹਾ ਹੈ ਬਾਣੀ ਵਿੱਚ, ਇਸ ਵਿੱਚ ਇੱਕ ਰਾਖਸ਼ੀ ਹੈ ਕਰਕਟੀ, ਜਿਸ ਦਾ ਨਾਮ ਹੈ। ਉਸ ਦਾ ਸੰਵਾਦ ਹੈ ਕਿਰਾਤ ਦੇਸ਼ ਦਾ ਰਾਜਾ ਔਰ ਉਸ ਦੇ ਮਹਾ ਵਜ਼ੀਰ ਦੇ ਨਾਲ, ਉਹਦੇ ਮੰਤਰੀ ਦੇ ਨਾਲ, ਜਿਸ ਵਿੱਚ ਕਰਕਟੀ ਨੇ ਉਹਨਾਂ ਦੇ ਸਾਹਮਣੇ ਪਰਮਾਤਮਾ ਦੇ ਬਾਰੇ ਸਵਾਲ ਰੱਖੇ ਹਨ, ਪ੍ਰਸ਼ਨ ਰੱਖੇ ਹਨ, ਔਰ ਇਹ ਵੀ ਉਹਨਾਂ ਨੂੰ ਦੱਸਿਆ ਹੈ ਕਿਰਾਤ ਦੇਸ਼ ਦੇ ਰਾਜਾ ਔਰ ਉਸ ਦੇ ਮੰਤਰੀ ਨੂੰ ਕਿ ਜੇ ਉਹਨਾਂ ਦੇ ਉਹਦੇ ਪ੍ਰਸ਼ਨਾਂ ਦਾ ਉੱਤਰ ਸਹੀ ਨਾ ਦਿੱਤੇ ਤੇ ਉਹਨਾਂ ਦਾ ਭੋਜਨ ਕਰੇਗੀ, ਕਿਉਂਕਿ ਇਹ ਉਹਦਾ ਸੁਭਾਅ ਹੈ। ਤੇ ਜੇ ਉਹਦੇ ਸਵਾਲਾਂ ਦਾ ਉੱਤਰ ਉਹਨੂੰ ਸਹੀ ਮਿਲੇ ਤੇ ਉਹਨਾਂ ਨੂੰ ਗਿਆਨੀ ਸਮਝ ਕੇ ਉਹਨਾਂ ਨੂੰ ਬਖਸ਼ ਦੇਵੇਗੀ, ਕਿ ਗਿਆਨੀਆਂ ਦਾ ਉਹ ਭੋਜਨ ਨਹੀਂ ਕਰਦੀ। ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਕਿਰਾਤ ਦੇਸ਼ ਦੇ ਰਾਜੇ ਦਾ ਮਹਾਮੰਤਰੀ ਕਰਕਟੀ ਨੂੰ ਸਮਝਾ ਰਿਹਾ ਹੈ ਕਿ ਜਿਵੇਂ ਸੂਰਜ ਆਦਿਕ ਸਾਰੇ ਅਨੁਭਵ ਤੋਂ ਪ੍ਰਕਾਸ਼ਦੇ ਹਨ, ਇਹਨਾਂ ਦੇ ਹੋਂਦ ਕੁਝ ਨਹੀਂ ਸੀ, ਉਸ ਸਤਾ ਤੋਂ ਹੀ ਇਹਨਾਂ ਦਾ ਪ੍ਰਗਟ ਹੋਣਾ ਹੋਇਆ ਹੈ ਤੇ ਫਿਰ ਖਤਮ ਹੁੰਦੇ ਹਨ। ਕਿ ਇਹ ਜੋ ਸੂਰਜ ਆਦਿਕ ਜੋ ਵੀ ਅਸੀਂ ਦੇਖਦੇ ਹਾਂ, ਇਹਨਾਂ ਦਾ ਅਨੁਭਵ ਕਰਦੇ ਹਾਂ, ਜਿਹੜੇ ਅਨੁਭਵ ਤੋਂ ਇਹਨਾਂ ਦਾ ਪ੍ਰਕਾਸ਼ ਹੈ, ਇਹਨਾਂ ਦੀ ਅਸਲ ਦੇ ਵਿੱਚ ਆਪਣੀ ਕੋਈ ਹੋਂਦ ਨਹੀਂ ਹੈ। ਇਹ ਉਸੇ ਪਰਮਾਤਮਾ ਦੀ ਸ਼ਕਤੀ ਤੋਂ ਹੀ ਇਹ ਪ੍ਰਗਟ ਹੋਏ ਹਨ। ਇਹ ਵੀ ਉਸੇ ਪ੍ਰਭੂ ਪਰਮੇਸ਼ਵਰ ਦਾ ਹੀ ਇੱਕ ਨਜ਼ਾਰਾ ਹੈ, ਔਰ ਫਿਰ ਇਹ ਖਤਮ ਹੁੰਦੇ ਹਨ, ਔਰ ਫਿਰ ਇਹ ਖਤਮ ਹੋ ਜਾਂਦੇ ਹਨ। ਸ਼ੁੱਧ ਪਾਰਬ੍ਰਹਮ ਸਤਾ ਪ੍ਰਕਾਸ਼ ਰੂਪ ਹੈ ਤੇ ਉਹ ਸਦਾ ਆਪਣੇ ਆਪ ਵਿੱਚ ਵਿਆਪਕ ਹੈ। ਉਸ ਚਿੱਦ ਅਣੂ ਦੇ ਅੰਦਰ ਬਾਹਰ ਪ੍ਰਕਾਸ਼ ਹੈ, ਤੇ ਜੋ ਸੂਰਜ, ਚੰਦਰਮਾ, ਅਗਨੀ ਆਦਿ ਪ੍ਰਕਾਸ਼ ਹਨ, ਸੋ ਤਮ ਨਾਲ ਮਿਲੇ ਹੋਏ ਹਨ, ਭਾਵ ਭੇਦ ਰੂਪ ਹਨ। ਕੁਝ ਨਹੀਂ ਸੀ, ਉਸ ਸਤ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ, ਔਰ ਕਰਕਟੀ ਨੂੰ ਉਪਦੇਸ਼ ਮਿਲ ਰਿਹਾ ਹੈ ਕਿ ਜੋ ਸ਼ੁੱਧ ਪਾਰਬ੍ਰਹਮ ਸ਼ਕਤੀ ਹੈ, ਉਸ ਦਾ ਜੋ ਰੂਪ ਹੈ ਉਹ ਸਦਾ ਆਪਣੇ ਆਪ ਵਿੱਚ ਵਿਆਪਕ ਹੈ। ਪਰਮਾਤਮਾ ਦੀ ਸ਼ਕਤੀ ਜੋ ਹੈ ਆਪਣੇ ਆਪ ਵਿੱਚ ਟਿਕੀ ਹੋਈ ਹੈ, ਤੇ ਉਸੇ ਸ਼ਕਤੀ, ਉਸ ਪਰਮਾਤਮਾ ਦੇ ਅੰਦਰ ਬਾਹਰ ਪ੍ਰਕਾਸ਼ ਹੈ। ਤੇ ਇਹ ਹੀ ਸੂਰਜ, ਚੰਦਰਮਾ, ਅਗਨੀ ਆਦਿ ਪ੍ਰਕਾਸ਼ ਜੋ ਹਨ, ਇਹ ਅਸਲ ਦੇ ਵਿੱਚ ਤਮ ਦੇ ਨਾਲ
ਮਿਲੇ ਹੋਏ ਹਨ, ਹਨੇਰੇ ਦੇ ਨਾਲ ਮਿਲੇ ਹੋਏ ਹਨ। ਭੇਦ ਭਾਵ ਕਿ ਇਹ ਅਸਲ ਦੇ ਵਿੱਚ ਇੱਕ ਭੇਦ ਰੂਪ ਹਨ। ਇਹ ਵੀ ਤਮ ਰੂਪ ਹਨ ਕਿਉਂਕਿ ਪ੍ਰਕਾਸ਼ ਦੀ ਚਾਹ ਰੱਖਦੇ ਹਨ, ਕਿਉਂਕਿ ਇਹ ਜੋ ਸੂਰਜ, ਅਗਨੀ, ਚੰਦਰਮਾ ਹੈ, ਇਹ ਵੀ ਅਸਲ ਦੇ ਵਿੱਚ ਹਨੇਰੇ ਦਾ ਰੂਪ ਹੈ, ਕਿਉਂਕਿ ਇਹ ਵੀ ਪ੍ਰਕਾਸ਼ ਦੀ ਚਾਹਨਾ ਰੱਖਦੇ ਹਨ। ਇਸ ਵਿੱਚ ਇਤਨਾ ਭੇਦ ਹੈ ਕਿ ਪ੍ਰਕਾਸ਼ ਸਫੈਦ ਰੂਪ ਹੈ ਤੇ ਹਨੇਰਾ ਕਾਲਾ ਰੂਪ ਹੈ। ਇਸ ਕਰਕੇ ਰੰਗ ਦਾ ਭੇਦ ਹੈ, ਪ੍ਰਕਾਸ਼ ਕੋਈ ਨਹੀਂ ਹੈ। ਅਸਲ ਦੇ ਵਿੱਚ ਜੋ ਸੱਚ ਹੈ ਉਹ ਇਹ ਹੈ ਕਿ ਇਹ ਜੋ ਸੂਰਜ, ਚੰਦਰਮਾ, ਅਗਨੀ, ਇਹ ਵੀ ਅਸਲ ਦੇ ਵਿੱਚ ਹਨੇਰਾ ਰੂਪ ਹਨ। ਇਸ ਕਰਕੇ ਰੰਗ ਦਾ ਕੋਈ ਭੇਦ ਨਹੀਂ ਹੈ। ਇਹਨਾਂ ਦੀ ਵੀ ਪ੍ਰਕਾਸ਼ ਦੀ ਇਹਨਾਂ ਦੇ ਵਿੱਚ ਚਾਹਨਾ ਹੈ। ਪ੍ਰਕਾਸ਼ ਅਸਲ ਦੇ ਸਫੈਦ ਰੂਪ ਹੁੰਦਾ ਹੈ, ਹਨੇਰਾ ਭਾਵੇਂ ਕਾਲਾ ਰੂਪ ਹੈ। ਰੰਗ ਦਾ ਭੇਦ ਹੈ ਪਰ ਇਹਨਾਂ ਦੇ ਵਿੱਚ ਵੀ ਚਾਹਨਾ ਹੈ। ਇਹ ਵੀ ਪ੍ਰਕਾਸ਼ ਹੀ ਮੰਗਦੇ ਹਨ। ਜਿਵੇਂ ਬੱਦਲ ਦੀ ਧੁੰਦ ਕਾਲੀ ਹੁੰਦੀ ਹੈ ਤੇ ਬਰਫ਼ ਦੀ ਚਿੱਟੀ ਹੁੰਦੀ ਹੈ, ਪਰ ਦੋਵੇਂ ਧੁੰਦ ਹਨ, ਤਿਵੇਂ ਹੀ ਹਨੇਰਾ ਤੇ ਪ੍ਰਕਾਸ਼ ਦੋਵੇਂ ਬਰਾਬਰ ਹਨ ਤੇ ਆਤਮ ਸਤਾ ਦੋਹਾਂ ਨੂੰ ਪ੍ਰਕਾਸ਼ ਦੀ ਹੈ। ਇਸ ਕਰਕੇ ਦੋਹਾਂ ਦਾ ਆਸਰਾ ਆਤਮ ਸਤਾ ਹੈ। ਸੋ ਭਗਵਾਨ ਵਾਲਮੀਕ ਜੀ ਆਪਣੀ ਬਾਣੀ ਦੇ ਵਿੱਚ ਬੜੀ ਸੋਹਣੀ ਉਦਾਹਰਨ ਦਿੰਦੇ ਹਨ ਕਿ ਜਿਵੇਂ ਬੱਦਲ ਦੀ ਧੁੰਦ ਹੁੰਦੀ ਹੈ ਉਹ ਕਾਲੀ ਹੁੰਦੀ ਹੈ ਤੇ ਜੋ ਬਰਫ਼ ਦੀ ਧੁੰਦ ਹੁੰਦੀ ਹੈ ਉਹ ਚਿੱਟੀ ਹੁੰਦੀ ਹੈ, ਪਰ ਦੋਨੇ ਧੁੰਦ ਦਾ ਹੀ ਇੱਕ ਰੂਪ ਹੈ। ਬਿਲਕੁਲ ਇਸੇ ਹੀ ਤਰ੍ਹਾਂ ਹਨੇਰਾ ਤੇ ਪ੍ਰਕਾਸ਼ ਦੋਵੇਂ ਬਰਾਬਰ ਹਨ ਤੇ ਇਹ ਉਸ ਪ੍ਰਭੂ ਪਰਮੇਸ਼ਰ ਦੀ ਸ਼ਕਤੀ ਦਾ ਕਰਕੇ ਇਹ ਇਹਨਾਂ ਦੇ ਵਿੱਚ ਦੋਹਾਂ ਦੇ ਵਿੱਚ ਪ੍ਰਕਾਸ਼ ਹੈ। ਔਰ ਇਸ ਕਰਕੇ ਦੋਹਾਂ ਦਾ ਆਸਰਾ ਆਤਮ ਸਤਾ ਹੈ। ਉਹ ਪਰਮਾਤਮਾ ਦੀ ਹੀ ਸ਼ਕਤੀ ਹੈ ਜਿਸ ਦੇ ਨਾਲ ਪ੍ਰਕਾਸ਼ ਹੈ, ਜਿਸ ਦੇ ਨਾਲ ਹਨੇਰਾ ਹੈ। ਸੋ ਪਰਮਾਤਮਾ ਹੀ ਸਭ ਕੁਝ ਕਰਾਉਣ ਵਾਲਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਚੱਲ ਕੇ ਰਾਖਸ਼ਣ ਨੂੰ ਉਪਦੇਸ਼ ਮਿਲ ਰਿਹਾ ਹੈ। ਰਾਤ ਦਿਨ, ਅੰਦਰ ਬਾਹਰ, ਨਦੀਆਂ ਪਹਾੜ ਆਦਿ ਸਾਰੇ ਲੋਕ ਆਤਮ ਸਤਾ ਦੇ ਪ੍ਰਕਾਸ਼ ਤੋਂ ਪ੍ਰਕਾਸ਼ਦੇ ਹਨ। ਜਿਵੇਂ ਕਮਲ ਤੇ ਨੀਲ ਕਮਲ ਦੋਹਾਂ ਨੂੰ ਸੂਰਜ ਪ੍ਰਕਾਸ਼ਦਾ ਹੈ ਕਿ ਦੇਖੋ ਇਹ ਰਾਤ ਹੈ, ਦਿਨ ਹੈ, ਅੰਦਰ ਬਾਹਰ, ਇਹ ਜੋ ਨਦੀਆਂ ਪਹਾੜ ਅਸੀਂ ਦੇਖਦੇ ਹਾਂ ਸਾਰੇ ਲੋਕ ਹਨ, ਇਹ ਆਤਮ ਸਤਾ ਉਸ ਪਰਮਾਤਮਾ ਦੀ ਸ਼ਕਤੀ ਤੋਂ ਹੀ ਸਾਰੇ ਉਹਦਾ ਪ੍ਰਕਾਸ਼ ਹੈ ਤੇ ਉਹਦੇ ਹੀ ਪ੍ਰਕਾਸ਼ ਤੋਂ ਇਹ ਸਾਰੇ ਪ੍ਰਕਾਸ਼ਦੇ ਹਨ। ਜਿਸ ਤਰ੍ਹਾਂ ਕਮਲ ਤੇ ਨੀਲ ਕਮਲ ਦੋ ਫੁੱਲ ਹੁੰਦੇ ਹਨ, ਇੱਕ ਕਮਲ ਹੁੰਦਾ, ਇੱਕ ਨੀਲ ਕਮਲ ਹੁੰਦਾ ਹੈ। ਉਹ ਸੂਰਜ ਤੋਂ ਉਹਨਾਂ ਨੂੰ ਪ੍ਰਕਾਸ਼ ਮਿਲਦਾ ਹੈ ਤੇ ਉਹ ਖਿਲਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਉਹ ਪਰਮਾਤਮਾ ਦੀ ਸ਼ਕਤੀ ਤੋਂ ਹੀ ਇਹ ਰਾਤ ਦਿਨ, ਅੰਦਰ ਬਾਹਰ, ਨਦੀਆਂ ਪਹਾੜ ਸਾਰੀਆਂ ਉਹ ਸ਼ਕਤੀ ਤੋਂ ਹੀ ਇਹ ਕੰਮ ਕਰਦੀਆਂ ਹਨ। ਕਮਲ ਚਿੱਟਾ ਹੈ ਤੇ ਨੀਲ ਕਮਲ ਕਾਲਾ ਹੈ। ਜਿੱਥੇ ਚਿੱਟਾ ਕਮਲ ਹੈ ਉੱਥੇ ਨੀਲ ਕਮਲ ਨਹੀਂ, ਤੇ ਜਿੱਥੇ ਨੀਲ ਕਮਲ ਹੈ ਉੱਥੇ ਸਫੈਦ ਕਮਲ ਨਹੀਂ ਹੈ, ਪਰ ਦੋਹਾਂ ਦਾ ਪ੍ਰਕਾਸ਼ ਸੂਰਜ ਹੈ। ਤਿਵੇਂ ਹੀ ਹਨੇਰਾ ਤੇ ਪ੍ਰਕਾਸ਼ ਦੋਹਾਂ ਦਾ ਪ੍ਰਕਾਸ਼ ਪਾਰ ਬ੍ਰਹਮ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਕਮਲ ਜਿਹੜਾ ਹੁੰਦਾ ਹੈ ਚਿੱਟਾ ਹੁੰਦਾ ਹੈ ਤੇ ਨੀਲ ਕਮਲ ਜਿਹੜਾ ਹੁੰਦਾ ਹੈ ਕਾਲਾ ਹੁੰਦਾ ਹੈ। ਜਿੱਥੇ ਚਿੱਟਾ ਕਮਲ ਹੁੰਦਾ ਹੈ ਉੱਥੇ ਨੀਲ ਕਮਲ ਨਹੀਂ, ਤੇ ਜਿੱਥੇ ਨੀਲ ਕਮਲ ਹੁੰਦੇ ਹਨ ਉੱਥੇ ਸਫੈਦ ਕਮਲ ਨਹੀਂ ਹੁੰਦੇ, ਪਰ ਦੋਹਾਂ ਨੂੰ ਪ੍ਰਕਾਸ਼ ਦੇਣ ਵਾਲਾ ਸੂਰਜ ਹੈ। ਸੂਰਜ ਦੇ ਪ੍ਰਕਾਸ਼ ਦੇ ਨਾਲ ਉਹ ਖਿਲਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਹਨੇਰਾ ਤੇ ਪ੍ਰਕਾਸ਼ ਦੋਹਾਂ ਨੂੰ ਪ੍ਰਕਾਸ਼ ਦੇਣ ਵਾਲਾ ਉਹ ਪ੍ਰਭੂ ਪਰਮੇਸ਼ਰ ਪਾਰ ਬ੍ਰਹਮ ਹੈ। ਜਿਵੇਂ ਰਾਤ ਦੇ ਦਿਨ ਦੋਵੇਂ ਸੂਰਜ ਤੇ ਸਿੱਧ ਹੁੰਦੇ ਹਨ, ਤਿਵੇਂ ਹੀ ਹਨੇਰਾ ਤੇ ਚਾਨਣ ਦੋਵੇਂ ਆਤਮਾ ਤੋਂ ਸਿੱਧ ਹੁੰਦੇ ਹਨ। ਕਿ ਜਿਸ ਤਰ੍ਹਾਂ ਦੇਖੋ ਰਾਤ ਹੈ ਤੇ ਦਿਨ ਹੈ, ਇਹ ਦੋਨੋਂ ਹੀ ਸੂਰਜ ਤੋਂ ਸਿੱਧ ਹੁੰਦੇ ਹਨ। ਸੂਰਜ ਨਿਕਲਦਾ ਹੈ, ਦਿਨ ਹੋ ਜਾਂਦਾ ਹੈ, ਸੂਰਜ ਛਿਪ ਜਾਂਦਾ ਹੈ, ਰਾਤ ਹੋ ਜਾਂਦੀ ਹੈ। ਸੂਰਜ ਤੋਂ ਹੀ ਦੋਨੇ ਹੁੰਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਹਨੇਰਾ ਤੇ ਚਾਨਣ ਦੋਵੇਂ ਆਤਮ ਤੋਂ ਸਿੱਧ ਹੁੰਦੇ ਹਨ। ਹਨੇਰਾ ਤੇ ਚਾਨਣਾ ਜੋ ਹੈ ਇਹ ਆਤਮਾ ਤੋਂ ਸਿੱਧ ਹੁੰਦੇ ਹਨ। ਉਹ ਪਰਮਾਤਮਾ ਹੈ ਇਹ ਇਹਨਾਂ ਨੂੰ ਕਰਾਉਣ ਵਾਲਾ।
ਜਿਵੇਂ ਤਦ ਹੋਂਦਾ ਜਦ ਸੂਰਜ ਚੜ੍ਹਦਾ ਹੈ ਤੇ ਜਦ ਸੂਰਜ ਡੁੱਬਦਾ ਹੈ ਤਦ ਰਾਤ ਹੁੰਦੀ ਹੈ। ਆਤਮਾ ਤਿਵੇਂ ਵੀ ਨਹੀਂ ਕਿ ਜਿਸ ਤਰ੍ਹਾਂ ਦੇਖੋ ਦਿਨ ਉਦੋਂ ਅਸੀਂ ਕਹਿੰਦੇ ਕਿ ਦਿਨ ਹੈ ਜਦੋਂ ਸੂਰਜ ਚੜ੍ਹਦਾ ਹੈ, ਤੇ ਜਦ ਸੂਰਜ ਡੁੱਬਦਾ ਹੈ ਤੇ ਅਸੀਂ ਕਹਿੰਦੇ ਹਾਂ ਕਿ ਰਾਤ ਹੋ ਗਈ ਹੈ। ਆਤਮਾ ਇਸ ਤਰ੍ਹਾਂ ਨਹੀਂ ਹੈ। ਆਤਮਾ ਪ੍ਰਕਾਸ਼ ਸਦਾ ਉਹਦੇ ਰੂਪ ਹੈ ਤੇ ਉਹਦੇ ਅਸ ਤੋਂ ਪਰੇ ਵੀ ਹੈ, ਪਰ ਜੋ ਆਤਮ ਪ੍ਰਕਾਸ਼ ਹੈ ਉਹ ਪਰਮਾਤਮਾ ਦੇ ਜੋ ਪ੍ਰਕਾਸ਼ ਹੈ ਉਹਦੇ ਵਿੱਚ ਨਾ ਕੋਈ ਰੂਪ ਉਹਦੇ ਹੋਣ ਦੀ ਗੱਲ ਹੈ, ਨਾ ਉਹਦੇ ਵਿੱਚ ਕੋਈ ਅਸਤ ਹੋਣ ਦੀ ਗੱਲ ਹੈ। ਉਹ ਪ੍ਰਕਾਸ਼ ਆਤਮ ਪ੍ਰਕਾਸ਼ ਸਦਾ ਆਪਣੇ ਆਪ ਵਿੱਚ ਹਮੇਸ਼ਾ ਰਹਿੰਦਾ ਹੈ, ਉਸ ਬਿਨਾਂ ਕੁਝ ਸਿੱਧ ਨਹੀਂ ਹੁੰਦਾ। ਸਾਰਿਆਂ ਦਾ ਪ੍ਰਕਾਸ਼ਕ ਚਿਦਣੂ ਪਰਮਾਤਮਾ ਹੀ ਹੈ। ਸੋ ਪਰਮਾਤਮਾ ਤੋਂ ਬਗੈਰ ਕਿਸੇ ਦਾ ਕੋਈ ਕੰਮ ਸਿੱਧ ਨਹੀਂ ਹੁੰਦਾ। ਜੋ ਕੁਝ ਵੀ ਅਸੀਂ ਦੇਖਦੇ ਸੰਸਾਰ ਦੇ ਵਿੱਚ ਹੋ ਰਿਹਾ ਹੈ, ਜੋ ਜੀਵ ਦੇਖਦੇ ਹਨ, ਉਹ ਪਰਮਾਤਮਾ ਹੀ ਕਰਾਉਣ ਵਾਲਾ ਹੈ। ਸਾਰਿਆਂ ਦਾ ਪ੍ਰਕਾਸ਼ਕ ਚਿਦਣੂ ਉਹ ਸ਼ਕਤੀ ਜਿਹੜੀ ਹੈ, ਉਹ ਜਿਹੜਾ ਪਰਮਾਤਮਾ ਦੀ ਸ਼ਕਤੀ ਦਾ ਖੇਡ ਹੈ, ਉਸ ਦੇ ਨਾਲ ਹੀ ਸਭ ਕੁਝ ਇਸ ਸੰਸਾਰ ਦੇ ਵਿੱਚ ਹੁੰਦਾ ਹੈ। ਸਾਰਿਆਂ ਦਾ ਸੁਆਮੀ ਉਹ ਪਰਮਾਤਮਾ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਉਹ ਪਰਮਾਤਮਾ ਹੀ ਹੈ। ਭਗਵਾਨ ਵਾਲਮੀਕ ਜੀ ਸਾਨੂੰ ਅੱਗੇ ਚੱਲ ਕੇ ਸਮਝਾਉਂਦੇ ਹਨ, ਔਰ ਰਾਖਸ਼ਨ ਕਰਕਟੀ ਨੂੰ ਰਾਜਾ ਕਿਰਾਤ ਦੇਸ਼ ਦੇ ਰਾਜਾ ਤੇ ਮਹਾਮੰਤਰੀ ਉਪਦੇਸ਼ ਕਰਦੇ ਹਨ। ਉਸ ਅਣੂ ਦੇ ਅੰਦਰ ਵਿਚਿੱਤਰ ਅਨੁਭਵ ਅਣੂ ਹੈ ਕਿ ਉਹ ਜਿਹੜਾ ਪਰਮਾਤਮਾ ਹੈ ਉਹਦੇ ਅੰਦਰ ਇੱਕ ਬੜਾ ਹੀ ਵਿਚਿੱਤਰ ਮਹਿਸੂਸ ਕਰਨ ਵਾਲਾ ਅਣੂ ਹੈ। ਜਿਵੇਂ ਬਸੰਤ ਰੁੱਤ ਵਿੱਚ ਪੱਤੇ ਫੁੱਲ ਫਲ ਤੇ ਟਾਸ ਹੁੰਦੇ ਹਨ, ਤਿਵੇਂ ਹੀ ਚਿਦ ਅਣੂ ਵਿੱਚ ਸਾਰੇ ਅਨੁਭਵ ਅਣੂ ਹੁੰਦੇ ਹਨ। ਕਿ ਜਿਸ ਤਰ੍ਹਾਂ ਦੇਖੋ ਬਸੰਤ ਰੁੱਤ ਆਉਂਦੀ ਹੈ ਤੇ ਉਸ ਵਿੱਚ ਪੱਤੇ ਫੁੱਲ ਫਲ ਤੇ ਟਾਹਣੀਆਂ ਜਿਹੜੀਆਂ ਹੁੰਦੀਆਂ ਹਨ ਉਹ ਅਸੀਂ ਦੇਖਦੇ ਹਾਂ, ਸਾਰੀਆਂ ਆ ਜਾਂਦੀਆਂ ਹਨ। ਬਿਲਕੁਲ ਇਸੇ ਹੀ ਤਰ੍ਹਾਂ ਉਹ ਜਿਹੜਾ ਪਰਮਾਤਮਾ ਦੀ ਸ਼ਕਤੀ ਹੈ ਉਹਦੇ ਵਿੱਚ ਹੀ ਸਾਰੀਆਂ ਅਨੁਭਵ ਕਰਨ ਵਾਲੀਆਂ ਸ਼ਕਤੀਆਂ ਹਨ। ਉਹ ਸ਼ਕਤੀ ਇਹੋ ਜਿਹੀ ਹੈ, ਉਹਦੇ ਵਿੱਚ ਹੀ ਸਾਰੀਆਂ ਮਹਿਸੂਸ ਕਰਨ ਵਾਲੀਆਂ ਸ਼ਕਤੀਆਂ ਹਨ। ਜਿਵੇਂ ਇੱਕ ਬੀਜ ਤੋਂ ਅਨੇਕ ਬਿਰਸ਼ ਹੋ ਜਾਂਦੇ ਹਨ, ਤਿਵੇਂ ਹੀ ਇੱਕ ਚਿਦ ਅਣੂ ਤੋਂ ਅਨੇਕਾਂ ਅਨੁਭਵ ਹੁੰਦੇ ਹਨ। ਕਿ ਜਿਸ ਤਰ੍ਹਾਂ ਦੇਖੋ ਇੱਕ ਛੋਟਾ ਜਿਹਾ ਬੀ ਹੁੰਦਾ ਹੈ, ਉਹਦੇ ਵਿੱਚ ਬਿਰਸ਼ ਹੁੰਦਾ ਹੈ। ਉਹਨੂੰ ਜਦੋਂ ਅਸੀਂ ਬੀਜ ਦਿੰਦੇ ਹਾਂ ਤੇ ਹੌਲੀ ਹੌਲੀ ਇੱਕ ਬੀ ਤੋਂ ਉਹ ਛੋਟਾ ਜਿਹਾ ਪੌਦੇ ਤੋਂ ਫਿਰ ਟਾਹਣੀਆਂ ਪੱਤੇ ਉਹ ਇੱਕ ਬਿਰਸ਼ ਬਣ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਉਹ ਪਾਰ ਬ੍ਰਹਮ ਸ਼ਕਤੀ ਤੋਂ ਅਨੇਕਾਂ ਅਨੁਭਵ ਪੈਦਾ ਹੁੰਦੇ ਹਨ। ਕਈ ਬਤੀਤ ਹੋਏ ਹਨ, ਕਈ ਵਰਤਮਾਨ ਹਨ ਤੇ ਕਈ ਹੋਣਗੇ। ਤੇ ਉਹ ਪਰਮਾਤਮਾ ਦੀ ਜੋ ਸ਼ਕਤੀ ਸੀ ਉਹ ਪਹਿਲੋਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਉਹ ਹੀ ਹੋਵੇਗੀ। ਜਿਵੇਂ ਸਮੁੰਦਰ ਵਿੱਚ ਤਰੰਗ ਹੁੰਦੇ ਹਨ, ਉਹ ਕਈ ਹੁਣ ਵਰਤਦੇ ਹਨ ਤੇ ਕਈ ਅੱਗੇ ਹੋਣਗੇ, ਤਿਵੇਂ ਆਤਮਾ ਵਿੱਚ ਤਿੰਨਾਂ ਕਾਲਾਂ ਦੀ ਸ੍ਰਿਸ਼ਟੀ ਵਰਤਦੀ ਹੈ। ਕਿ ਭਗਵਾਨ ਵਾਲਮੀਕ ਜੀ ਸਾਨੂੰ ਸਮੁੰਦਰ ਦੀ ਉਦਾਹਰਣ ਦਿੰਦੇ ਹਨ ਕਿ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਹਨ, ਕਈ ਹੋ ਕਿ ਸਮੁੰਦਰ ਵਿੱਚ ਸਮਾ ਗਈਆਂ ਹਨ, ਕਈਆਂ ਉੱਠ ਰਹੀਆਂ ਹਨ ਤੇ ਕਈ ਅੱਗੇ ਵੀ ਹੋਣਗੀਆਂ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਪ੍ਰਮਾਤਮਾ ਦੀ ਸ਼ਕਤੀ ਹੈ, ਸਾਡੀ ਆਤਮਾ ਹੈ, ਇਹਦੇ ਵਿੱਚ ਤਿੰਨ ਕਾਲਾਂ ਦੀ ਸ੍ਰਿਸ਼ਟੀ ਵਰਤਦੀ ਹੈ। ਇਹ ਰਾਖਸ਼ਣ ਚਿਦ ਅਣੂ ਆਤਮਾ ਉਦਾਸੀਨ ਹੈ ਤੇ ਆਸੀਨ ਦੀ ਤਰ੍ਹਾਂ ਵਿਆਪਕ ਹੁੰਦਾ ਹੈ। ਸਾਰਿਆਂ ਦਾ ਕਰਤਾ ਵੀ ਹੈ ਤੇ ਭੋਗਣ ਵਾਲਾ ਵੀ ਹੈ, ਤੇ ਛੂਆ ਕਿਸੇ ਤੋਂ ਨਹੀਂ ਜਾਂਦਾ। ਕਿ ਇਹ ਜੋ ਉਹ ਪਾਰ ਬ੍ਰਹਮ ਪਰਮਾਤਮਾ ਹੈ, ਇਹ ਆਤਮਾ ਉਸ ਦਾ ਹੀ ਇੱਕ ਛੋਟਾ ਜਿਹਾ ਹਿੱਸਾ ਹੈ, ਉਹਦੀ ਹੀ ਅੰਸ਼ ਹੈ, ਔਰ ਉਹਦੇ ਵਿੱਚ ਹੀ ਇਹ ਆਤਮਾ ਟਿਕੀ ਹੋਈ ਹੈ। ਸਾਰਿਆਂ ਦਾ ਕਰਨ ਵਾਲਾ ਵੀ ਉਹ ਪ੍ਰਭੂ ਪਰਮੇਸ਼ਵਰ ਹੈ ਤੇ ਸਾਰਿਆਂ ਦਾ ਭੋਗਣ ਵਾਲਾ ਵੀ ਉਹੀ ਪ੍ਰਭੂ ਪਰਮੇਸ਼ਵਰ ਹੈ। ਜੋ ਅਸੀਂ ਕਰਦੇ ਹਾਂ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੁੰਦਾ ਹੈ, ਜੋ ਅਸੀਂ ਭੋਗਦੇ ਹਾਂ ਪਰਮਾਤਮਾ ਦੀ ਮਰਜ਼ੀ ਦੇ ਨਾਲ ਉਹ ਵੀ ਹੁੰਦਾ ਹੈ। ਔਰ ਅਸੀਂ ਉਸ ਪਰਮਾਤਮਾ ਨੂੰ ਛੂ ਨਹੀਂ ਸਕਦੇ।
ਜਗਤ ਦੀ ਅਸਲੀਅਤ ਉਸ ਤੋਂ ਉਦੇ ਹੁੰਦੀ ਹੈ। ਇਸ ਕਾਰਨ ਉਹ ਸਾਰਿਆਂ ਦਾ ਕਰਤਾ ਹੈ ਤੇ ਸਾਰਿਆਂ ਦਾ ਆਪਣਾ ਆਪ ਹੈ। ਇਸ ਕਰਕੇ ਸਾਰਿਆਂ ਨੂੰ ਭੋਗਣ ਵਾਲਾ ਹੈ ਕਿ ਇਹ ਜੋ ਸੰਸਾਰ ਹੈ ਸਾਨੂੰ ਸੱਚ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਹਦੀ ਜਿਹੜੀ ਅਸਲੀਅਤ ਹੈ ਉਸ ਪ੍ਰਭੂ ਪਰਮੇਸ਼ਵਰ ਵਿੱਚੋਂ ਹੀ ਉੱਠਦੀ ਹੈ। ਇਸ ਕਰਕੇ ਉਹ ਪ੍ਰਭੂ ਪਰਮੇਸ਼ਵਰ ਸਾਰਿਆਂ ਦਾ ਕਰਤਾ ਹੈ, ਸਾਰਿਆਂ ਦਾ ਤੋਂ ਸਭ ਕੁਝ ਕਰਾਉਣ ਵਾਲਾ ਹੈ ਤੇ ਸਾਰਿਆਂ ਦਾ ਆਪਣਾ ਆਪ ਹੈ। ਇਸ ਕਰਕੇ ਸਾਰਿਆਂ ਨੂੰ ਭੋਗਣ ਵਾਲਾ ਵੀ ਉਹ ਪਰਮਾਤਮਾ ਹੈ, ਉਹਦੀ ਸ਼ਕਤੀ ਹੈ। ਅਸਲ ਵਿੱਚ ਨਾ ਕੁਝ ਪੈਦਾ ਹੋਇਆ ਹੈ ਤੇ ਨਾ ਲੀਨ ਹੁੰਦਾ ਹੈ। ਪਰਮ ਸ਼ਕਤੀ ਪਰਮਾਤਮਾ ਜਿਉਂ ਦਾ ਤਿਉਂ ਸਦਾ ਆਪਣੇ ਆਪ ਵਿੱਚ ਵਿਆਪਕ ਹੈ ਤੇ ਅਖੰਡ ਤੇ ਸੂਖਮ ਹੈ। ਇਸ ਕਾਰਨ ਕਿਸੇ ਤੋਂ ਛੂਆ ਨਹੀਂ ਜਾਂਦਾ। ਸੋ ਸੱਚ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਅਸਲ ਵਿੱਚ ਨਾ ਕੁਝ ਪੈਦਾ ਹੋਇਆ ਹੈ ਤੇ ਨਾ ਕੋਈ ਚੀਜ਼ ਖਤਮ ਹੁੰਦੀ ਹੈ, ਲੀਨ ਹੁੰਦੀ ਹੈ। ਪਰਮ ਸ਼ਕਤੀ ਪਰਮਾਤਮਾ ਜੋ ਹੈ ਉਹ ਪਹਿਲੋਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਉਸਨੇ ਹੀ ਰਹਿਣਾ ਹੈ। ਉਹ ਸ਼ਕਤੀ ਜਿਹੜੀ ਹੈ ਪਰਮਾਤਮਾ ਦੀ ਸ਼ਕਤੀ ਆਪਣੇ ਆਪ ਵਿੱਚ ਉਹ ਵਿਆਪਕ ਹੈ ਤੇ ਅਖੰਡ ਹੈ। ਉਹ ਪਹਿਲੋਂ ਵੀ ਸੀ, ਹੁਣ ਵੀ ਅੱਗੇ ਉਸੇ ਨੇ ਰਹਿਣਾ ਹੈ ਤੇ ਸੂਖਮ ਵੀ ਹੈ। ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਉਹਦੀ ਸ਼ਕਤੀ ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਕਾਰਨ ਅਸੀਂ ਉਸ ਨੂੰ ਛੂ ਨਹੀਂ ਸਕਦੇ ਪਰ ਪਰਮਾਤਮਾ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਇਹ ਰਾਖਸ਼ਣ ਜੋ ਕੁਝ ਜਗਤ ਦਿਸਦਾ ਹੈ ਉਹ ਸਭ ਆਤਮ ਰੂਪ ਹਨ। ਆਤਮਾ ਤੇ ਜਗਤ ਵਿੱਚ ਕੁਝ ਅੰਤਰ ਨਹੀਂ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਜੋ ਸੰਸਾਰ ਅਸੀਂ ਦੇਖਦੇ ਹਾਂ ਉਹ ਸਭ ਆਤਮਾ ਦਾ ਹੀ ਰੂਪ ਹੈ। ਆਤਮਾ ਤੇ ਜਗਤ ਵਿੱਚ ਕੁਝ ਅੰਤਰ ਨਹੀਂ ਹੈ। ਇਹ ਸਿਰਫ ਗਿਆਨਤਾ ਤੇ ਅਗਿਆਨਤਾ ਦੀ ਗੱਲ ਹੈ। ਆਤਮਾ ਤੇ ਜਗਤ ਕਹਿਣ ਮਾਤਰ ਨੂੰ ਦੋਵੇਂ ਨਾਮ ਹਨ, ਅਸਲ ਵਿੱਚ ਇੱਕ ਆਤਮਾ ਹੀ ਹੈ। ਇਹ ਆਤਮਾ ਤੇ ਜਗਤ ਇਹ ਕਹਿਣ ਦੀਆਂ ਗੱਲਾਂ ਹਨ, ਦੋ ਨਾਮ ਰੱਖੇ ਗਏ ਹਨ ਪਰ ਅਸਲ ਵਿੱਚ ਇਹ ਇੱਕੋ ਆਤਮਾ ਹੀ ਹੈ। ਆਤਮਾ ਦਾ ਚਮਤਕਾਰ ਹੀ ਜਗਤ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ। ਇਹ ਆਤਮਾ ਦਾ ਇੱਕ ਚਮਤਕਾਰ ਹੈ ਜੋ ਸੰਸਾਰ ਰੂਪ ਹੋ ਕੇ, ਜਗਤ ਰੂਪ ਹੋ ਕੇ ਸਾਨੂੰ ਨਜ਼ਰ ਆਉਂਦਾ ਹੈ ਪਰ ਉਹ ਅਸਲ ਦੇ ਵਿੱਚ ਆਤਮਾ ਹੀ ਹੈ। ਅਸਲ ਵਿੱਚ ਜਗਤ ਕੁਝ ਬਣਿਆ ਨਹੀਂ, ਬ੍ਰਹਮ ਸਤਾ ਆਪਣੇ ਆਪ ਵਿੱਚ ਵਿਆਪਕ ਹੈ। ਅਸਲ ਦੇ ਵਿੱਚ ਇਹ ਜੋ ਸੰਸਾਰ ਹੈ ਇਹ ਕੁਝ ਬਣਿਆ ਨਹੀਂ, ਇਹ ਬ੍ਰਹਮ ਸਤਾ ਪਰਮਾਤਮਾ ਦੀ ਸ਼ਕਤੀ ਹੈ ਜੋ ਸਦਾ ਆਪਣੇ ਆਪ ਵਿੱਚ ਵਿਆਪਕ ਹੈ। ਸਾਨੂੰ ਸੰਸਾਰ ਬਣ ਕੇ ਨਜ਼ਰ ਆਉਂਦੀ ਹੈ। ਜੋ ਕੁਝ ਆਖਣਾ ਹੈ ਉਹ ਉਪਦੇਸ਼ ਨਿਮਿਤ ਹੈ। ਅਸਲ ਵਿੱਚ ਦੂਜੀ ਕੋਈ ਵਸਤੂ ਨਹੀਂ ਬਣੀ। ਤਿੰਨ ਜਗਤ ਪਾਰ ਬ੍ਰਹਮ ਸਰੂਪ ਹਨ ਕਿ ਜੋ ਕੁਝ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ, ਜੋ ਕਹਿਣ ਦੀ ਗੱਲ ਹੈ ਉਹ ਉਪਦੇਸ਼ ਦੇ ਨਿਮਿਤ ਹੈ ਕਿ ਸਾਨੂੰ ਉਪਦੇਸ਼ ਮਿਲੇ। ਅਸਲ ਵਿੱਚ ਦੂਜੀ ਕੋਈ ਵਸਤੂ ਬਣੀ ਨਹੀਂ ਹੈ। ਸਭ ਕੁਝ ਪਰਮਾਤਮਾ ਦੀ ਸ਼ਕਤੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਟਿਕੀ ਹੋਈ ਹੈ। ਇਹ ਜੋ ਤਿੰਨ ਜਗਤ ਅਸੀਂ ਗੱਲ ਕਰਦੇ ਹਾਂ, ਇਹ ਜੋ ਉਪਦੇਸ਼ ਮਿਲਦਾ ਹੈ ਸੰਸਾਰ ਦੇ ਬਾਰੇ, ਅਸਲ ਦੇ ਵਿੱਚ ਇਹ ਉਹ ਪਰਮਾਤਮਾ ਦੀ ਸ਼ਕਤੀ ਉਹਦਾ ਹੀ ਸਰੂਪ ਹੈ। ਪਰਮਾਤਮਾ ਤੋਂ ਕੋਈ ਵੱਖਰੀ ਚੀਜ਼ ਨਹੀਂ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਬ੍ਰੇਕ ਵੱਲ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਦੇ ਨਾਲ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਭਗਵਾਨ ਵਾਲਮੀਕ ਦੀ ਬਾਣੀ ਲਾ ਕੇ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। जय वाल्मीकि जय वाल्मीकि जय वाल्मीकि जय वाल्मीकि। भगवान तेरे चरना विच बेनती गावां मैं।
जो बोले सो निरपै भगवान वाल्मीक महाराज की जय। गुरु प्यारी साध संगत जी, ब्रेक तो बाद एक बार फिर असी भगवान वाल्मीक जी की बाणी श्री योग वशिष्ठ महारामायण नूं लैके कांशी टीवी के माध्यम राही आप दे नाल जुड़ रहे हैं। गुरु प्यारी साध संगत जी, जो प्रसंग चल रहा है उस विच भगवान वाल्मीक जी सानू समझाते हैं और करकटी राक्षण नूं ये उपदेश, इस बाणी का उपदेश किरार राजा दे मंत्री कोलों मिल रहा है। जब दृश पद नूं प्राप्त हुंदा है तद सुभाविक ही अपने आप नूं नहीं वेखदा। जिवें अखां जब बदलों नूं वेखदियां हन तद बदल ही दिसदे हन, अपना अख पुणा भाव नहीं नज़र आउंदा। तिवें ही दृश दे हुंदे दृष्टा नहीं जापता, तो जब दृश नष्ट होंदा है तो दृष्टा भी असल नहीं है, क्योंकि दृष्टा भी दृश के संबंध करके आखते हैं। सो भगवान वाल्मीक जी समझाते हैं और करकटी नूं उपदेश मिल रहा है कि जब संसार की होंद आउंदी है तो सुभाविक ही अपने भाव नूं नहीं वो वेखदा। जिस तरह अखां जब बदलों नूं वेखदियां हन तो बदल ही दिसते हैं, अपना अखपुणा नहीं नज़र आता। बिल्कुल इस ही तरह दृश्य जो असी देखते हाँ तो देखण वाला नहीं जापता, तो जब जो असी देखते हाँ वो नष्ट हो जाता है, तद जिहड़ा देखण वाला हुंदा है वो भी असल दे विच नहीं सच नहीं है। क्योंकि दृष्टा भी दृश्य के संबंध करके आखते हैं कि जे असी जो देखते हाँ या देखने वाला हुंदा है उन्हां दे भी एक दूसरे दे नाल संबंध है। जब दृश्य नष्ट हो जाए दृष्टा किस नूं कई आखिए। जे अस देखने वाली चीज़ ना हुई तो जो देखने वाला फिर वो असी किस नूं कह सकते हाँ। सो ये एक दूसरे दे नाल जो असी देखते हाँ और देखने वाला बने हुए हैं। दृश्य विषाभूत वो हुंदा है जो अदृश्य है, वो विषाभूत किसे ना नहीं, इस कारण उस विच होर कोई कल्पना नहीं बनती, तो जगत भी उसकी झलक है। ये जो असी देखते हाँ ये किस तरह असी देखते हाँ और कदों असी इस नहीं देखते, ये भी एक कल्पना की गल है। जिस तरह ये संसार है साढ़े मन की कल्पना है, तो जे कल्पना ही ना होवे तो ये जो संसारी झलक असी देखते हाँ वो भी नहीं होवेगी। ये राक्षण जिमें भोगी बिना भोग नहीं हुंदे तिवें ही दृष्टा बगैर दृश्य नहीं हुंदा। कि जिस तरह भोगी जिहड़े हुंदे हन जे ओ ना होण तो भोग नहीं हो सकता। बिल्कुल इसे ही तरह जिहड़े देखण वाले हुंदे हन उन्हां तो बगैर ये देखना नहीं हुंदा। जिवें प्यो बिना पुत्र नहीं हुंदा तिवें ही एक बिना दूजा नहीं हुंदा। कि जे प्यो होवे तां पुत्र हुंदा है, बिल्कुल इसे ही तरह एक बिना दूजा नहीं हुंदा। जे प्यो ना होवे तां पुत्र नहीं हुंदा। ये राक्षण दृश्यां नूं दृश्य उपजाउण दी समर्था है कि जिहड़ा देखण वाला हुंदा है उहदे विच ये शक्ति हुंदी है कि वो देख सकता है। दृश्य नूं दृष्टा उपजाउण दी समर्था नहीं, क्योंकि दृश्य जड़ है, पर जो असी देखते हाँ उहदे विच ये शक्ति नहीं है कि वह देखण वाले नूं उपजा सके, क्योंकि दृश्य दे विच यह शक्ति नहीं है। जिवें सोने तो गहना बनता है पर गहने तो सोना नहीं बनता, तिवें ही दृष्टा तो दृश्य हुंदा है, दृश्य तो दृष्टा नहीं हुंदा। सो उदाहरण दिंदे हन भगवान वाल्मीकि जी सानू कि जिस तरह सोने तो गहने बनते हैं, जेवर बनते हैं, पर जेवरां तो सोना नहीं बनता। बिल्कुल इसे ही तरह देखण वाले तो देखना हुंदा है, पर जो असी देखते हाँ वो तो देखण वाला नहीं हुंदा। ये राक्षण सोने विच
ਜਿਵੇਂ ਗਿਆਣਾ ਹੈ ਤਿਵੇਂ ਹੀ ਦ੍ਰਿਸ਼ਟਾ ਵਿੱਚ ਉਹ ਦ੍ਰਿਸ਼ ਹੈ, ਉਹ ਪਰਮ ਰੂਪ ਹੈ, ਇਸ ਕਰਕੇ ਜੜ ਰੂਪ ਹੈ। ਜਿਸ ਤਰ੍ਹਾਂ ਸੋਨਾ ਹੁੰਦਾ ਹੈ ਉਹਦੇ ਵਿੱਚੋਂ ਜ਼ੇਵਰ ਬਣਦੇ ਹਨ, ਬਿਲਕੁਲ ਇਸੇ ਹੀ ਤਰ੍ਹਾਂ ਜੋ ਦੇਖਣ ਵਾਲਾ ਹੈ ਉਹਦੇ ਵਿੱਚ ਜੋ ਦੇਖਣਾ ਹੈ ਉਹ ਇੱਕ ਪਰਮ ਰੂਪ ਹੈ, ਇਸ ਕਰਕੇ ਉਹ ਸੱਚ ਨਹੀਂ ਹੈ, ਜੜ ਰੂਪ ਹੈ। ਜਦ ਦ੍ਰਿਸ਼ਟਾ ਦ੍ਰਿਸ਼ ਨੂੰ ਵੇਖਦਾ ਹੈ ਤਾਂ ਦ੍ਰਿਸ਼ ਦ੍ਰਿਸ਼ ਲੱਗਦਾ ਹੈ, ਤਾਂ ਦ੍ਰਿਸ਼ਟ ਭਾਵ ਨਹੀਂ ਲੱਗਦਾ। ਅਤੇ ਜਦ ਦ੍ਰਿਸ਼ਟਾ ਆਪਣੇ ਸੁਭਾਅ ਵਿੱਚ ਟਿਕਿਆ ਹੁੰਦਾ ਹੈ ਤਾਂ ਦ੍ਰਿਸ਼ ਨਹੀਂ ਭਾਸਦਾ। ਕਿ ਜਦੋਂ ਦੇਖਣ ਵਾਲਾ ਜੋ ਚੀਜ਼ ਦ੍ਰਿਸ਼ ਹੈ, ਦੇਖਣ ਵਾਲੀ ਹੈ, ਉਹਦੇ ਵੱਲ ਦੇਖਦਾ ਹੈ ਤਾਂ ਫਿਰ ਹੀ ਉਹ ਦੇਖਣ ਵਾਲੀ ਚੀਜ਼ ਸਾਨੂੰ ਨਜ਼ਰ ਆਉਂਦੀ ਹੈ। ਅਤੇ ਉਹ ਦੇਖਣ ਵਾਲਾ ਜਿਹੜਾ ਭਾਵ ਹੈ ਉਹ ਉਦੋਂ ਨਹੀਂ ਲੱਗਦਾ ਜਦੋਂ ਦੇਖਣ ਵਾਲਾ ਆਪਣੇ ਸੱਚੇ ਸੁਭਾਅ ਦੇ ਵਿੱਚ ਟਿਕ ਜਾਂਦਾ ਹੈ, ਜਦੋਂ ਉਹ ਸੱਚ ਨੂੰ ਦੇਖਦਾ ਹੈ, ਝੂਠ ਨੂੰ ਨਹੀਂ ਦੇਖਦਾ। ਜਿਵੇਂ ਜਦ ਤੱਕ ਗਹਿਣਾ ਬੁੱਧੀ ਹੁੰਦੀ ਹੈ ਤੱਕ ਸੋਨਾ ਨਹੀਂ ਲੱਗਦਾ, ਗਹਿਣਾ ਹੀ ਲੱਗਦਾ ਹੈ। ਅਤੇ ਜਦ ਸੋਨੇ ਦਾ ਗਿਆਨ ਹੁੰਦਾ ਤਾਂ ਸੋਨਾ ਹੋ ਜਾਪਦਾ, ਗਹਿਣਾ ਨਹੀਂ ਜਾਪਦਾ। ਸੋ ਫਿਰ ਭਗਵਾਨ ਬਾਬਾ ਜੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਹੜੇ ਇਨਸਾਨ ਦੇ ਵਿੱਚ ਜਿਸ ਨੂੰ ਸੋਨੇ ਬਾਰੇ ਪਤਾ ਨਹੀਂ, ਜ਼ੇਵਰਾਂ ਵੱਲ ਦੇਖ ਕੇ ਜ਼ੇਵਰ ਹੀ ਸਮਝਦਾ ਹੈ, ਉਹਨੂੰ ਸੋਨਾ ਨਹੀਂ ਲੱਗਦਾ, ਜ਼ੇਵਰ ਹੀ ਲੱਗਦੇ ਹਨ। ਜਦ ਉਹਨੂੰ ਸੋਨੇ ਦਾ ਗਿਆਨ ਆ ਜਾਂਦਾ ਹੈ ਤਦ ਫਿਰ ਉਹਨੂੰ ਇਹ ਜਾਪਦਾ ਹੈ ਕਿ ਜ਼ੇਵਰ ਜੋ ਹਨ ਇਹ ਸੋਨਾ ਹੈ, ਅਤੇ ਫਿਰ ਉਹਨੂੰ ਜ਼ੇਵਰ ਜਿਹੜੇ ਹਨ ਉਹ ਨਹੀਂ ਲੱਗਦੇ। ਇੱਕ ਸਤਾ ਵਿੱਚ ਦੋਵੇਂ ਨਹੀਂ ਸਿੱਧ ਹੁੰਦੇ ਕਿ ਇੱਕ ਸ਼ਕਤੀ ਦੇ ਦੋਨੇ ਨਹੀਂ ਸਿੱਧ ਹੁੰਦੇ। ਜਿਵੇਂ ਹਨੇਰੇ ਵਿੱਚ ਕਿਸੇ ਪੁਰਸ਼ ਨੂੰ ਵੇਖ ਕੇ ਉਸ ਵਿੱਚ ਪਸ਼ੂ ਪਰਮ ਹੋਵੇ ਤਾਂ ਜਦ ਤੱਕ ਪਸ਼ੂ ਬੁੱਧੀ ਹੁੰਦੀ ਹੈ ਤਦ ਤੱਕ ਪੁਰਸ਼ ਦਾ ਨਿਸ਼ਚੈ ਨਹੀਂ ਹੁੰਦਾ, ਅਤੇ ਜਦ ਨਿਸ਼ਚਾ ਕਰਕੇ ਪੁਰਸ਼ ਜਾਣਿਆ ਤਦ ਇਹ ਪਸ਼ੂ ਬੁੱਧੀ ਨਹੀਂ ਰਹਿੰਦੀ। ਤਿਵੇਂ ਹੀ ਜਦ ਦ੍ਰਿਸ਼ਟਾ ਦ੍ਰਿਸ਼ ਨੂੰ ਵੇਖਦਾ ਹੈ ਤਾਂ ਦ੍ਰਿਸ਼ਟਾ ਭਾਵ ਨਹੀਂ ਦਿਸਦਾ, ਦ੍ਰਿਸ਼ ਹੀ ਜਾਪਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕਈ ਵਾਰੀ ਹਨੇਰਾ ਹੁੰਦਾ ਹੈ ਅਤੇ ਅਸੀਂ ਕਿਸੇ ਪੁਰਸ਼ ਨੂੰ ਦੇਖਦੇ ਹਾਂ ਹਨੇਰੇ ਵਿੱਚ, ਅਤੇ ਸਾਨੂੰ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਪਸ਼ੂ ਹੈ। ਉਹ ਪਸ਼ੂ ਦਾ ਭਰਮ ਹੈ ਪਰ ਇੱਕ ਪੁਰਸ਼ ਹੈ। ਜਿੰਨੀ ਦੇਰ ਤੱਕ ਉਹ ਸਾਨੂੰ ਸੱਚ ਦੇ ਬਾਰੇ ਪਤਾ ਨਹੀਂ ਚੱਲਦਾ ਕਿ ਪਸ਼ੂ ਨਹੀਂ ਪੁਰਸ਼ ਹੈ, ਉਨੀ ਦੇਰ ਤੱਕ ਸਾਡਾ ਜਿਹੜਾ ਯਕੀਨ ਹੈ ਉਹਦੇ ਨਾਲ ਅਸੀਂ ਉਹ ਇਹ ਨਹੀਂ ਜਾਣ ਸਕਦੇ ਕਿ ਉਹ ਪੁਰਸ਼ ਹੈ ਕਿ ਪਸ਼ੂ ਨਹੀਂ ਹੈ। ਉਹ ਪਸ਼ੂ ਬੁੱਧੀ ਸਾਡੀ ਜਾਂਦੀ ਨਹੀਂ। ਬਿਲਕੁਲ ਇਸੇ ਹੀ ਤਰ੍ਹਾਂ ਦੇਖਣ ਵਾਲਾ ਅਤੇ ਜੋ ਅਸੀਂ ਦੇਖਦੇ ਹਾਂ ਉਨੀ ਦੇਰ ਤੱਕ ਉਹ ਦੇਖਣ ਵਾਲੇ ਦਾ ਭਾਵ ਨਹੀਂ ਸਾਨੂੰ ਦਿਸਦਾ, ਜਿੰਨੀ ਦੇਰ ਤੱਕ ਇਹ ਦ੍ਰਿਸ਼ ਦੂਰ ਨਹੀਂ ਹੁੰਦਾ। ਜਿਵੇਂ ਰੱਸੀ ਦੇ ਗਿਆਨ ਨਾਲ ਸਭ ਦਾ ਡਰ ਦੂਰ ਹੋ ਜਾਂਦਾ ਹੈ, ਤਿਵੇਂ ਗਿਆਨ ਕਰਕੇ ਦ੍ਰਿਸ਼ ਦੂਰ ਹੁੰਦਾ ਹੈ। ਤਦ ਇੱਕ ਹੀ ਪਰਮਾਤਮਾ ਸਤਾ ਜਾਪਦੀ ਹੈ, ਦ੍ਰਿਸ਼ਟਾ ਸੰਗਿਆ ਵੀ ਨਹੀਂ ਰਹਿੰਦੀ। ਕਿ ਜਿਸ ਤਰ੍ਹਾਂ ਦੇਖੋ ਕਈ ਵਾਰੀ ਰੱਸੀ ਪਈ ਹੁੰਦੀ ਹੈ, ਅਸੀਂ ਉਹਨੂੰ ਦੂਰੋਂ ਦੇਖਦੇ ਹਾਂ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਸੱਪ ਹੈ। ਅਸੀਂ ਕੋਲ ਜਾਂਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਇਹ ਸੱਪ ਨਹੀਂ, ਇਹ ਤਾਂ ਰੱਸੀ ਹੈ। ਸਾਨੂੰ ਰੱਸੀ ਦਾ ਗਿਆਨ ਹੋ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਸਾਡੇ ਵਿੱਚ ਗਿਆਨ ਆ ਜਾਂਦਾ ਹੈ ਅਤੇ ਫਿਰ ਇਹ ਜੋ ਦ੍ਰਿਸ਼ ਹੈ, ਇਹ ਸੰਸਾਰ ਹੈ, ਇਹ ਦੂਰ ਹੋ ਜਾਂਦਾ ਹੈ। ਫਿਰ ਸਾਨੂੰ ਪਰਮਾਤਮਾ ਦੀ ਸ਼ਕਤੀ ਸਾਰੇ ਪਾਸੇ ਮਹਿਸੂਸ ਹੁੰਦੀ ਹੈ। ਫਿਰ ਇਹ ਜੋ ਅਸੀਂ ਦੇਖਦੇ ਹਾਂ ਔਰ ਦੇਖਣ ਵਾਲੇ ਦੀ ਸੰਗਿਆ ਜੋ ਹੈ ਉਹ ਨਹੀਂ ਰਹਿੰਦੀ। ਜਿਵੇਂ ਦੂਸਰੇ ਦੀ ਉਮੀਦ ਨਾਲ ਇੱਕ ਖਵਾਉਣ ਵਾਲਾ ਹੈ ਅਤੇ ਦੂਸਰੇ ਦੇ ਭਾਵ ਨਾਲ ਇੱਕ ਨਹੀਂ ਆਖ ਸਕਦੇ, ਤਿਵੇਂ ਹੀ ਦ੍ਰਿਸ਼ ਦੇ ਭਾਵ ਨਾਲ ਦ੍ਰਿਸ਼ਟਾ ਆਖਣਾ ਨਹੀਂ ਰਹਿੰਦਾ। ਸਿਰਫ ਸ਼ੁੱਧ ਸੰਵਿਤ ਮਾਤਰ ਪਦ ਬਾਕੀ ਰਹਿੰਦਾ ਹੈ, ਜਿਸ ਵਿੱਚ ਬਾਣੀ ਦੀ ਪਕੜ ਨਹੀਂ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇੱਕ ਦੋ ਦੀ ਜਦੋਂ ਗੱਲ ਹੁੰਦੀ ਹੈ ਦ੍ਰਿਸ਼ਟਾ ਦੀ ਔਰ ਦ੍ਰਿਸ਼ ਦੀ, ਉਹ ਉਦੋਂ ਤੱਕ ਹੈ ਜਿੰਨੀ ਦੇਰ ਤੱਕ ਸਾਨੂੰ ਸੱਚਾ ਗਿਆਨ ਨਹੀਂ ਹੈ। ਇਹ ਸੰਸਾਰ ਹੈ, ਦ੍ਰਿਸ਼ ਦੀ ਤਰ੍ਹਾਂ ਹੈ, ਇਨਸਾਨ ਹੈ, ਦੇਖਣ ਵਾਲਾ ਹੈ। ਪਰ ਜਦੋਂ ਸਾਨੂੰ ਗਿਆਨ ਹੋ ਜਾਂਦਾ ਹੈ
तो फिर असी कहने हाँ ये दृश्य जो है एक भरम है, सच नहीं है। ਜਦੋਂ ਸਾਡੇ ਵਿੱਚ ਸ਼ੁੱਧ ਗਿਆਨ ਆ ਜਾਂਦਾ ਹੈ ਤਾਂ ਫਿਰ ਜੋ ਬਾਕੀ ਰਹਿੰਦਾ ਹੈ ਅਸੀਂ ਸੱਚ ਦੇ ਨਾਲ ਜੁੜ ਕੇ ਸੱਚ ਦੀ ਬਾਰੇ ਪਤਾ ਕਰਦੇ ਹਾਂ ਤਾਂ ਫਿਰ ਇਹ ਦ੍ਰਿਸ਼ ਹੈ, ਇਹਦੀ ਸੱਚਾਈ ਦੂਰ ਹੋ ਜਾਂਦੀ ਹੈ, ਇੱਕ ਝੂਠ ਦੀ ਤਰ੍ਹਾਂ ਲੱਗਦਾ ਹੈ। ਜਿਵੇਂ ਦੀਵਾ ਪਦਾਰਥਾਂ ਨੂੰ ਪ੍ਰਕਾਸ਼ਦਾ ਹੈ ਤਿਵੇਂ ਹੀ ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ ਨੂੰ ਪ੍ਰਕਾਸ਼ਦਾ ਤੇ ਬਹੁਤ ਤੋਂ ਮਾਤਰ ਮਾਨ ਤੇ ਮੇਤਰੂਪੁਟੀ ਲੀਨ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਦੇਖੋ ਇੱਕ ਦੀਵਾ ਹੁੰਦਾ ਹੈ ਉਹ ਸਾਰੇ ਪਦਾਰਥਾਂ ਨੂੰ ਪ੍ਰਕਾਸ਼ ਦਿੰਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਦੇਖਣ ਵਾਲਾ ਤੇ ਜਿਹੜੇ ਦਰਸ਼ਨ ਕਰਦਾ ਹੈ ਤੇ ਜੋ ਅਸੀਂ ਦੇਖਦੇ ਹਾਂ ਜੋ ਦੇਖਣ ਵਾਲਾ ਹੁੰਦਾ ਹੈ ਇਹ ਸਾਰੇ ਜੋ ਹਨ ਇਹ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਵਿੱਚ ਸਾਡੇ ਵਿੱਚ ਸੱਚਾ ਗਿਆਨ ਨਹੀਂ ਹੈ। ਜਦੋਂ ਅਸੀਂ ਮੈਂ ਮੇਰੀ ਤੋਂ ਉੱਪਰ ਉੱਠ ਕੇ ਸੱਚ ਦੇ ਨਾਲ ਜੁੜਦੇ ਹਾਂ, ਦੇਖਣ ਵਾਲਾ ਜੋ ਅਸੀਂ ਦੇਖਦੇ ਹਾਂ ਤੇ ਜੋ ਇਹ ਤਿੰਨੇ ਚੀਜ਼ਾਂ ਬੜੀਆਂ ਹਨ ਇਹ ਫਿਰ ਦੂਰ ਹੋ ਜਾਂਦੀਆਂ ਹਨ। ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼। ਜਿਵੇਂ ਸੋਨੇ ਦੇ ਜਾਣਨ ਨਾਲ ਗਹਿਣੇ ਦੀ ਕਲਪਨਾ ਖਤਮ ਹੋ ਜਾਂਦੀ ਹੈ ਤਿਵੇਂ ਗਿਆਨ ਨਾਲ ਤ੍ਰਿਪੁਟੀ ਦਾ ਅਭਾਵ ਹੋ ਜਾਂਦਾ ਹੈ, ਸਿਰਫ ਸ਼ੁੱਧ ਅਦਵੈਤ ਰੂਪ ਰਹਿੰਦਾ ਹੈ ਕਿ ਜਿਸ ਤਰ੍ਹਾਂ ਜਦੋਂ ਸਾਨੂੰ ਸੋਨੇ ਦੇ ਬਾਰੇ ਜਾਣਕਾਰੀ ਹੋ ਜਾਂਦੀ ਹੈ ਤਾਂ ਫਿਰ ਜੋ ਜ਼ੇਵਰ ਹੁੰਦੇ ਹੈ ਉਹਨਾਂ ਦੀ ਕਲਪਨਾ ਖਤਮ ਹੋ ਜਾਂਦੀ ਹੈ ਕਿ ਇਹ ਜ਼ੇਵਰ ਵੀ ਸੋਨਾ ਹੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਗਿਆਨ ਨਾਲ ਇਹ ਤ੍ਰਿਪੁਟੀ ਦ੍ਰਿਸ਼ਟਾ ਜੋ ਦੇਖਣ ਵਾਲਾ ਹੈ, ਦਰਸ਼ਨ ਜੋ ਜਿਹਦਾ ਅਸੀਂ ਦੇਖਦੇ ਹਾਂ ਤੇ ਜੋ ਦੇਖਣ ਵਾਲੀ ਚੀਜ਼ ਹੈ ਇਹ ਤਿੰਨੇ ਚੀਜ਼ਾਂ ਖਤਮ ਹੋ ਜਾਂਦੀਆਂ ਹਨ। ਫਿਰ ਸਿਰਫ ਉਹ ਪਰਮਾਤਮਾ ਦੇ ਗਿਆਨ ਦੇ ਨਾਲ ਸਿਰਫ ਸ਼ੁੱਧ ਅਦਵੈਤ ਜਿਹਦੇ ਨਾਲ ਕੋਈ ਸੰਸਾਰ ਵਾਲੀ ਗੱਲ ਨਹੀਂ, ਜੋ ਸੱਚਾ ਪਰਮਾਤਮਾ ਦਾ ਰੂਪ ਹੈ ਉਹ ਹੀ ਰਹਿ ਜਾਂਦਾ ਹੈ, ਉਹਦੇ ਨਾਲ ਕੋਈ ਦੁਇ-ਦਵੈਤ ਵਾਲੀ ਗੱਲ ਨਹੀਂ ਰਹਿ ਜਾਂਦੀ। ਇਹ ਰਾਖਸ਼ਣ ਪਰਮਾਣੂ ਜੋ ਅਤਿਅੰਤ ਬੇਸਵਾਦ ਰੂਪ ਹੈ ਉਹ ਸਾਰਿਆਂ ਸਵਾਦਾਂ ਨੂੰ ਉਪਜਾਉਂਦਾ ਹੈ ਕਿ ਉਹ ਜੋ ਪਰਮਾਤਮਾ ਦੀ ਸ਼ਕਤੀ ਹੈ ਉਹ ਜੋ ਬੇਅੰਤ ਬੇਸਵਾਦ ਰੂਪ ਹੈ ਉਹ ਹੀ ਸਾਰਿਆਂ ਸਵਾਦਾਂ ਨੂੰ ਉਪਜਾਉਣ ਵਾਲਾ ਹੈ। ਜਿੱਥੇ ਰਸ ਸਹਿਤ ਹੁੰਦਾ ਉਹ ਚਿਦਣੂ ਕਰਕੇ ਹੁੰਦਾ ਹੈ, ਜਿੱਥੇ ਰਸ ਹੁੰਦਾ ਹੈ ਉਹ ਵੀ ਉਸ ਪਰਮਾਤਮਾ ਦਾ ਕਰਕੇ ਹੀ ਹੁੰਦਾ ਹੈ। ਜਿਵੇਂ ਸ਼ੀਸ਼ੇ ਬਿਨਾਂ ਪ੍ਰਤੀਬਿੰਬ ਨਹੀਂ ਹੁੰਦਾ ਤਿਵੇਂ ਹੀ ਸਾਰੇ ਸਵਾਦ ਚਿਦਣੂ ਬਗੈਰ ਨਹੀਂ ਹੁੰਦੇ। ਜਿਸ ਤਰ੍ਹਾਂ ਦੇਖੋ ਜੋ ਪਰਛਾਵਾਂ ਅਸੀਂ ਦੇਖਦੇ ਹਾਂ ਉਹ ਸ਼ੀਸ਼ਾ ਹੋਵੇ ਫਿਰ ਹੀ ਉਹਦੇ ਵਿੱਚ ਦੇਖ ਸਕਦੇ ਹਾਂ, ਬਿਲਕੁਲ ਉਸੇ ਹੀ ਤਰ੍ਹਾਂ ਜੋ ਵੀ ਸਵਾਦ ਹਨ ਉਹ ਸਾਰੇ ਉਸ ਪਰਮਾਤਮਾ ਬਗੈਰ ਨਹੀਂ, ਉਹ ਪਰਮਾਤਮਾ ਹੀ ਸਾਰੇ ਸਵਾਦ ਦੇਣ ਵਾਲਾ ਹੈ। ਸਾਰਿਆਂ ਨੂੰ ਰਸ ਦੇਣ ਵਾਲਾ ਚਿਦਣੂ ਹੈ, ਉਹ ਪਰਮਾਤਮਾ ਹੀ ਸਾਰਿਆਂ ਨੂੰ ਰਸ ਦਿੰਦਾ ਹੈ। ਆਤਮ ਭਾਵ ਨਾਲ ਸਾਰਿਆਂ ਦਾ ਸਵਾਮੀ ਹੈ ਤੇ ਸੁਖਤਮ ਸੁਖਮ ਤੇ ਇਸ ਕਰਕੇ ਬੇਸਵਾਦ ਹੈ। ਆਤਮ ਭਾਵ ਨਾਲ ਸਾਰਿਆਂ ਦਾ ਸਵਾਮੀ ਉਹ ਪ੍ਰਭੂ ਪਰਮਾਤਮਾ ਪਾਦ ਬ੍ਰਹਮ ਸ਼ਕਤੀ ਹੈ ਤੇ ਉਹ ਅਸੀਂ ਉਹਨੂੰ ਦੇਖ ਨਹੀਂ ਸਕਦੇ, ਛੋਟੀ ਤੋਂ ਛੋਟੀ ਵੀ ਹੈ ਤੇ ਜੇ ਅਸੀਂ ਉਸ ਇਸ ਕਰਕੇ ਉਹ ਬੇਸਵਾਦ ਹੈ। ਉਹ ਚਿਦਣੂ ਆਪ ਨੂੰ ਲੁਕਾ ਨਹੀਂ ਸਕਦਾ, ਸਾਰੇ ਜਗਤ ਨੂੰ ਉਸਨੇ ਢੱਕ ਰੱਖਿਆ ਹੈ ਤੇ ਆਪ ਕਿਸੇ ਤੋਂ ਢਕਿਆ ਨਹੀਂ ਜਾਂਦਾ। ਉਹ ਜੋ ਪਾਰ ਬ੍ਰਹਮ ਸ਼ਕਤੀ ਹੈ ਉਹ ਆਪਣੇ ਆਪ ਨੂੰ ਲੁਕਾ ਨਹੀਂ ਸਕਦੀ, ਪਰ ਸਾਰੇ ਜਗਤ ਨੂੰ ਉਹਨੇ ਢੱਕ ਲਿਆ ਹੈ, ਸਾਰੇ ਜਗਤ ਨੂੰ ਉਹਨੇ ਲੁਕਾ ਦਿੱਤਾ ਹੈ ਤੇ ਆਪ ਉਹ ਕਿਸੇ ਤੋਂ ਢਕਿਆ ਨਹੀਂ ਜਾਂਦਾ ਕਿ ਪਰਮਾਤਮਾ ਨੂੰ ਕੋਈ ਢਕ ਨਹੀਂ ਸਕਦਾ, ਉਹ ਹੀ ਸਾਰਿਆਂ ਨੂੰ ਢਕਣ ਵਾਲਾ ਹੈ। ਇਹ ਪਾਰ ਬ੍ਰਹਮ ਰੂਪ ਹੈ, ਸਾਰਿਆਂ ਪਦਾਰਥਾਂ ਨੂੰ ਸਤਾ ਦੇਣ ਵਾਲਾ ਹੈ, ਤਦੇ ਸਾਰਿਆਂ ਦਾ ਆਸਰਾ ਹੈ। ਇਹ ਜੋ ਪਾਰ ਬ੍ਰਹਮ ਸ਼ਕਤੀ ਹੈ ਇਹ ਸਾਰਿਆਂ ਪਦਾਰਥਾਂ ਨੂੰ ਸ਼ਕਤੀ ਦੇਣ ਵਾਲਾ ਇਹ ਪਾਰ ਬ੍ਰਹਮ ਸ਼ਕਤੀ ਦਾ ਇੱਕ ਨਜ਼ਾਰਾ ਹੈ ਤੇ ਇਹ ਹੀ ਸਾਰਿਆਂ ਦਾ ਆਸਰਾ ਹੈ। ਉਹ ਜੋ ਸੱਚਾ ਸਵਾਮੀ ਪ੍ਰਭੂ ਪਰਮੇਸ਼ਵਰ ਈਸ਼ਵਰ ਹੈ ਉਹ ਹੀ ਸਾਰਿਆਂ ਦਾ ਆਸਰਾ ਹੈ। ਜਿਵੇਂ ਘਾਹ ਦੇ ਜੰਗਲ ਵਿੱਚ ਹਾਥੀ ਨਹੀਂ ਲੁਕਦਾ ਤਿਵੇਂ ਹੀ ਆਤਮਾ ਕਿਸੇ ਪਦਾਰਥ ਤੋਂ ਨਹੀਂ ਲੁਕਦਾ ਕਿ ਜਿਸ ਤਰ੍ਹਾਂ ਘਾਹ ਦੇ ਜੰਗਲ ਵਿੱਚ ਹਾਥੀ ਲੁਕ ਨਹੀਂ ਸਕਦਾ, ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਆਤਮਾ ਹੈ
ਇਹ ਕਿਸੇ ਪਦਾਰਥ ਤੋਂ ਨਹੀਂ ਲੁਕਦਾ, ਕਿਉਂਕਿ ਪਰਮਾਤਮਾ ਸਾਡੀ ਆਤਮਾ ਇਹ ਸਰਵ ਵਿਆਪਕ ਹੈ। ਇਹ ਰਾਖਸ਼ਣ ਜਿਸ ਤੋਂ ਸਾਰੇ ਪਦਾਰਥ ਸਿੱਧ ਹੁੰਦੇ ਹਨ ਤੇ ਜੋ ਸਦਾ ਪ੍ਰਕਾਸ਼ ਰੂਪ ਹੈ, ਉਹ ਮੂਰਖਾਂ ਨੂੰ ਨਹੀਂ ਜਾਪਦਾ। ਇਹ ਬੜੀ ਹੈਰਾਨੀ ਹੈ। ਸੋ ਭਗਵਾਨ ਵਾਲਮੀਕ ਜੀ ਦੇਖੋ ਸਮਝਾਉਂਦੇ ਹਨ ਕਿ ਜਿਹੜੇ ਸ਼ਕਤੀ ਤੋਂ ਸਾਰੇ ਪਦਾਰਥ ਹੋਂਦ ਵਿੱਚ ਆਉਂਦੇ ਹਨ ਤੇ ਜਿਹੜਾ ਸਦਾ ਪ੍ਰਕਾਸ਼ ਰੂਪ ਰਹਿੰਦਾ ਹੈ, ਉਹ ਮੂਰਖਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਬੜੀ ਹੈਰਾਨੀ ਹੈ। ਉਹ ਸਦਾ ਅਨੁਭਵ ਰੂਪ ਹੈ ਤੇ ਸਾਰਾ ਜਗ ਉਸ ਤੋਂ ਜਿਉਂਦਾ ਹੈ। ਪਰ ਸੱਚ ਤਾਂ ਇਹ ਹੈ, ਉਹ ਪਰਮਾਤਮਾ ਦੀ ਸ਼ਕਤੀ ਜਿਹੜੀ ਹੈ ਉਹ ਅਨੁਭਵ ਰੂਪ ਹੈ, ਅਸੀਂ ਉਸ ਨੂੰ ਮਹਿਸੂਸ ਕਰ ਸਕਦੇ ਹਾਂ ਤੇ ਸਾਰਾ ਜਗਤ ਜੋ ਹੈ ਉਸ ਤੋਂ ਹੀ ਜਿਉਂਦਾ ਹੈ। ਉਸ ਦਾ ਕਰਕੇ ਹੀ ਜਗਤ ਦੀ ਹੋਂਦ ਹੈ। ਜਿਵੇਂ ਬਸੰਤ ਰੁੱਤ ਤੋਂ ਫੁੱਲ ਫਲ ਟਾਸ ਤੇ ਪੱਤੇ ਖਿੜਦੇ ਹਨ, ਤਿਵੇਂ ਹੀ ਸਾਰਾ ਜਗਤ ਆਤਮਾ ਤੋਂ ਖਿੜਦਾ ਹੈ। ਕਿ ਦੇਖੋ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਅਸੀਂ ਦੇਖਦੇ ਹਾਂ ਕਿ ਫੁੱਲ ਫਲ ਟਾਹਣੀਆਂ ਪੱਤੇ ਜੋ ਖਿੜਦੇ ਹਨ, ਉਹ ਬਸੰਤ ਰੁੱਤ ਜਦੋਂ ਆਉਂਦੀ ਉਦੋਂ ਖਿੜਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਸਾਰਾ ਜਗਤ ਆਤਮਾ ਤੋਂ ਖਿੜਦਾ ਹੈ। ਆਤਮਾ ਹੀ ਸਾਰਿਆਂ ਨੂੰ ਇਹ ਸ਼ਕਤੀ ਦਿੰਦੀ ਹੈ ਸੰਸਾਰ ਦੇ ਵਿੱਚ। ਉਹੀ ਪਰਮਾਤਮਾ ਜਗਤ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ ਤੇ ਸਰਬ ਆਤਮ ਭਾਵ ਨਾਲ ਸਾਰੇ ਉਸ ਦੇ ਹਿੱਸੇ ਹਨ। ਕਿ ਉਹ ਸੱਚਾ ਪਰਮਾਤਮਾ ਜੋ ਹੈ ਉਹ ਹੀ ਜਗਤ ਰੂਪ ਹੋ ਕੇ ਸਾਨੂੰ ਪ੍ਰਤੀਤ ਹੁੰਦਾ ਹੈ ਤੇ ਸਰਬ ਆਤਮ ਭਾਵ ਨਾਲ ਸਾਰੇ ਉਸ ਦੇ ਹਿੱਸੇ ਬਣੇ ਹਨ। ਸਾਰੇ ਉਸ ਪਰਮਾਤਮਾ ਦੇ ਹੀ ਅੰਸ਼ ਵਿੱਚ ਹਨ। ਪਰਮਾਰਥ ਅੰਗ ਰਹਿਤ ਤੇ ਨਿਰਾਕਾਰ ਰੂਪ ਹੈ, ਉਸ ਵਿੱਚ ਕੁਝ ਉਦੈ ਨਹੀਂ ਹੋਇਆ। ਪਰ ਜੋ ਪਰਮਾਤਮਾ ਹੈ ਉਹ ਅੰਗ ਰਹਿਤ ਹੈ। ਪਰਮਾਤਮਾ ਦੀ ਸ਼ਕਤੀ ਹਮੇਸ਼ਾ ਆਪਣੇ ਆਪ ਵਿੱਚ ਟਿਕੀ ਹੋਈ ਹੈ ਤੇ ਉਹਦਾ ਕੋਈ ਆਕਾਰ ਨਹੀਂ ਹੈ, ਨਿਰਾਕਾਰ ਰੂਪ ਹੈ। ਉਸ ਵਿੱਚ ਕੁਝ ਉਦੈ ਨਹੀਂ ਹੁੰਦਾ। ਪਰਮਾਤਮਾ ਸ਼ਕਤੀ ਆਪਣੇ ਆਪ ਵਿੱਚ ਟਿਕੀ ਹੋਈ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲੀ ਹੈ, ਸਾਰਿਆਂ ਨੂੰ ਉਹ ਸੰਸਾਰ ਦੇ ਵਿੱਚ ਲਾਉਂਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਅੱਜ ਦੇ ਪ੍ਰਸੰਗ ਦੀ ਸਮਾਪਤੀ ਵੱਲ ਆ ਰਹੇ ਹਾਂ। ਇਸੇ ਤਰ੍ਹਾਂ ਅਗਲੇ ਹਫਤੇ ਭਗਵਾਨ ਵਾਲਮੀਕ ਜੀ ਦੀ ਬਾਣੀ ਅਸੀਂ ਬੈਡਫੋਰਡ ਵਾਲਮੀਕ ਮੰਦਿਰ ਤੋਂ ਲੈ ਕੇ ਕਾਂਸ਼ੀ ਟੀਵੀ ਦੇ ਮਾਧਿਅਮ ਨਾਲ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਦੋ ਭਾਈਆਂ ਦਾ ਪਿਆਰ ਦਿਨੋਂ ਦਿਨ ਵੱਧਦਾ ਜਾਵੇ, ਫੁੱਲਾ ਭਰਿਓ ਬਾਗ ਨੂੰ ਕੋਈ ਨਜ਼ਰ ਨਾ ਲਾਵੇ। ਦੋ ਭਾਈਆਂ ਦਾ ਪਿਆਰ ਦਿਨੋਂ ਦਿਨ ਵੱਧਦਾ ਜਾਵੇ, ਫੁੱਲਾ ਭਰਿਓ ਬਾਗ ਨੂੰ ਕੋਈ ਨਜ਼ਰ ਨਾ ਲਾਵੇ। ਹਰ ਪਲ ਤੈਨੂੰ ਯਾਦ ਕਰੇ ਮੇਰਾ ਦਿਲ ਦਿਲਗੀਰੇ, ਕਦੇ ਨਾ ਵਿਛੜੇ ਨੇ ਮਾਲਕਾ ਇਹ ਦੋਨੋਂ ਵੀਰੇ, ਕਦੇ ਨਾ ਵਿਛੜੇ ਨੇ ਮਾਲਕਾ ਇਹ ਦੋਨੋਂ ਵੀਰੇ। ਹੱਥ ਜੋੜ ਕੇ
मालिका करा अरजोई बुरी नजर नाल तके ना इना वल कोई हाथ जोड़ के मालिका करा अरजोई बुरी नजर नाल तके ना इना वल कोई बदल देवे एक नजर नाल मथे दी लकीरे कदे न विछड़े ने मालिका ए दोनों वीरे कदे न विछड़े ने मालिका ए दोनों वीरे तू है साडा मात पिता असी पुत्र तेरे जिस पे कृपा तेरी होवण दूर हनेरे तू है साडा मात पिता असी पुत्र तेरे जिस पे कृपा तेरी होवण दूर हनेरे ओंकार सगवालिया रहना बन के मद पमखीरे कदे न विछड़े